न्यू चैप्टर स्टार्ट करन लगे ਆਪਾਂ ਅੱਜ ਕਲਾਸ 8th ਚੈਪਟਰ ਨੰਬਰ 3rd ਦੈਟ ਇਜ਼ ਫੋਰਸ ਐਂਡ ਪ੍ਰੈਸ਼ਰ। ਇਹਦੇ ਵਿੱਚ ਮੇਨਲੀ ਆਪਾਂ ਪੜਾਂਗੇ ਫੋਰਸ ਬਾਰੇ। ਸਭ ਤੋਂ ਪਹਿਲਾਂ ਆਪਾਂ ਸਾਰੇ ਟੌਪਿਕਸ ਕਲੀਅਰ ਕਰਾਂਗੇ ਫੋਰਸ ਬਾਰੇ ਕਿ ਫੋਰਸ ਕੀ ਹੁੰਦਾ ਹੈ, ਟਰਨਿੰਗ ਇਫੈਕਟ ਆਫ ਫੋਰਸ ਕੀ ਹੁੰਦਾ ਹੈ ਤੇ ਉਹਦੀਆਂ ਕੀ ਐਪਲੀਕੇਸ਼ਨਸ ਕੀ ਯੂਜ਼ਸ ਨੇ ਡੇਲੀ ਲਾਈਫ ਦੇ ਵਿੱਚ। ਉਸ ਤੋਂ ਬਾਅਦ ਆਪਾਂ ਲਾਸਟ ਤੇ ਪੜਾਂਗੇ ਕਿ ਪ੍ਰੈਸ਼ਰ ਕੀ ਹੁੰਦਾ ਹੈ, ਪ੍ਰੈਸ਼ਰ ਦੀਆਂ ਐਪਲੀਕੇਸ਼ਨਸ ਕੀ ਹੈ ਡੇਲੀ ਲਾਈਫ ਦੇ ਵਿੱਚ ਵਿਦ ਫਾਰਮੂਲਾਜ਼। ਠੀਕ ਹੈ, ਤਾਂ ਫਸਟ ਆ ਗਿਆ ਆਪਣੇ ਕੋਲ ਕੰਸੈਪਟ ਵਾਟ ਇਜ਼ ਅ ਫੋਰਸ। ਜਿਵੇਂ ਕਿ ਆਪਣਾ ਚੈਪਟਰ ਦਾ ਨੇਮ ਹੈ ਫੋਰਸ ਜਾਂ ਕਿਸੇ ਬੁੱਕ 'ਚ ਲਿਖਿਆ ਹੋਊਗਾ ਟਰਨਿੰਗ ਇਫੈਕਟ ਆਫ ਫੋਰਸ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਫੋਰਸ ਦਾ ਐਕਚੁਅਲ ਮਤਲਬ ਕੀ ਹੁੰਦਾ ਹੈ। ਫੋਰਸ ਕੀ ਹੁੰਦਾ ਹੈ? ਫੋਰਸ ਇਜ਼ ਅ ਪੁਸ਼ ਔਰ ਪੁੱਲ ਟੂ ਐਨ ਆਬਜੈਕਟ। ਜਦੋਂ ਆਪਾਂ ਆਬਜੈਕਟ ਨੂੰ ਪੁਸ਼ ਕਰਦੇ ਹਾਂ ਜਾਂ ਆਬਜੈਕਟ ਨੂੰ ਪੁੱਲ ਕਰਦੇ ਹਾਂ, ਇਹ ਪੁਸ਼ ਔਰ ਪੁੱਲ ਟੂ ਐਨ ਆਬਜੈਕਟ ਕੀ ਹੁੰਦਾ ਇੱਕ ਫੋਰਸ। ਅਤੇ ਪੁਸ਼ ਔਰ ਪੁੱਲ ਕਰਨ 'ਤੇ ਕੀ ਹੋਊਗਾ, ਫੋਰਸ ਕਾਫੀ ਸਾਰੀਆਂ ਆਪਾਂ ਨੂੰ ਚੇਂਜਿਸ ਦਿਖਾਊਗਾ। ਜਾਂ ਤਾਂ ਫੋਰਸ ਮੋਸ਼ਨ ਚੇਂਜ ਕਰ ਦੂ ਜਾਂ ਫੋਰਸ ਡਾਇਰੈਕਸ਼ਨ ਚੇਂਜ ਕਰ ਦੂ। ਉਹ ਆਪਾਂ 1 ਬਾਏ 1 ਇਫੈਕਟਸ ਆਫ ਫੋਰਸ ਪੜ੍ਹਦੇ ਹਾਂ। ਠੀਕ ਹੈ, ਇਫੈਕਟਸ ਆਫ ਫੋਰਸ ਤੁਸੀਂ ਕਲਾਸ 6 ਵਿੱਚ ਵੀ ਪੜ੍ਹੇ ਹੋਣਗੇ। ਇਸ ਕਲਾਸ ਵਿੱਚ ਵੀ ਜ਼ਰੂਰੀ ਹੈ ਇਫੈਕਟਸ ਆਫ ਫੋਰਸ ਪੜ੍ਹਨੇ, ਤਾਂ ਹੀ ਤੁਹਾਨੂੰ ਕੀ ਹੈ ਟਰਨਿੰਗ ਇਫੈਕਟ ਆਫ ਫੋਰਸ ਬਾਰੇ ਸਮਝ ਆਊਗਾ। ਠੀਕ ਹੈ, ਤਾਂ ਨੈਕਸਟ ਕੀ ਆ ਗਿਆ ਆਪਣੇ ਕੋਲ, ਦੇਖੋ ਜਿਵੇਂ ਦੇਖੋ ਆਹ ਵਾਲੀ ਬਾਲ ਸੀ, ਪਹਿਲਾਂ ਇਹ ਬਾਲ ਰੈਸਟ 'ਤੇ ਹੈ। ਜਦੋਂ ਹੀ ਇਹਨੇ ਕਿੱਕ ਕੀਤਾ, ਜਦੋਂ ਇਹਨੇ ਹਿੱਟ ਕੀਤਾ ਇਸ ਸਟਿਕ ਨਾਲ, ਤਾਂ ਬਾਲ ਰੈਸਟ ਤੋਂ ਕਾਹਦੇ 'ਚ ਕਨਵਰਟ ਹੋ ਗਈ, ਮੋਸ਼ਨ ਵਿੱਚ। ਮਤਲਬ ਫੋਰਸ ਨਾਲ ਕੀ ਹੈ, ਆਪਾਂ ਸਟੇਟ ਆਫ ਮੋਸ਼ਨਸ, ਇੱਕ ਰੈਸਟ 'ਤੇ ਕੋਈ ਚੀਜ਼ ਹੈ ਉਹਨੂੰ ਮੋਸ਼ਨ ਵਿੱਚ ਕਨਵਰਟ ਕਰ ਸਕਦੇ ਹਾਂ। ਠੀਕ ਹੈ, ਨੈਕਸਟ ਹੈ ਅ ਫੋਰਸ ਮੇ ਪ੍ਰੋਡਿਊਸ ਫੋਲੋਇੰਗ ਇਫੈਕਟਸ। ਜਦੋਂ ਆਪਾਂ ਕਿਸੇ ਵੀ ਆਬਜੈਕਟ 'ਤੇ ਫੋਰਸ ਲਗਾਉਂਦੇ ਹਾਂ ਨਾ, ਫੋਰਸ ਲਗਾਉਣ 'ਤੇ ਕੀ ਇਫੈਕਟਸ ਆਉਂਦੇ ਆ ਬਾਡੀ 'ਤੇ, ਆਪਾਂ ਉਹ ਇਫੈਕਟਸ ਪੜ੍ਹਨੇ ਆ। ਫਸਟ ਹੁੰਦਾ ਹੈ ਅ ਫੋਰਸ ਮੇ ਸਟਾਰਟ ਮੋਸ਼ਨ। ਅਗਰ ਕੋਈ ਵੀ ਆਬਜੈਕਟ, ਦੇਖੋ ਅਬ ਆਬਜੈਕਟ ਕੀ ਸੀ, ਇਸ ਬਾਲ ਕੀ ਸੀ, ਪਹਿਲਾਂ ਰੈਸਟ 'ਤੇ ਸੀ, ਫੋਰਸ ਲਗਾਉਣ ਨਾਲ ਇਹ ਬਾਲ ਕੀ ਹੈ ਮੋਸ਼ਨ 'ਚ ਆ ਗਈ। ਠੀਕ ਹੈ, ਸੈਕਿੰਡ ਆਪਣੇ ਕੋਲ ਕੀ ਹੈ ਅ ਫੋਰਸ ਕੈਨ ਚੇਂਜ ਦਾ ਸਪੀਡ। ਸਪੀਡ ਕਿਵੇਂ ਚੇਂਜ ਕਰੂ ਫੋਰਸ? ਫੋਰ ਐਗਜ਼ਾਮਪਲ ਮੈਂ ਬਾਈਸਾਈਕਲ 'ਤੇ ਰਾਈਡ ਕਰ ਰਹੀ ਹਾਂ, ਜੇ ਮੈਂ ਬਾਈਸਾਈਕਲ ਦੇ ਪੈਡਲ ਹੋਰ ਜ਼ੋਰ ਦੀ ਮਾਰੂੰਗੀ ਤਾਂ ਸਪੀਡ ਹੋਰ ਤੇਜ਼ ਹੋ ਜੂਗੀ ਨਾ, ਮਤਲਬ ਫੋਰਸ ਮੇਰੀ ਇਨਕਰੀਜ਼ ਕਰਨ ਨਾਲ ਸਪੀਡ ਆਫ ਐਨ ਆਬਜੈਕਟ ਇਨਕਰੀਜ਼ ਕਰ ਜੂਗੀ। ਹੋਰ ਕੀ ਹੈ ਸੈਕਿੰਡ, ਜਿਹੜਾ ਫੋਰਸ ਔਰ ਡਾਇਰੈਕਸ਼ਨ ਵੀ ਚੇਂਜ ਕਰਦਾ। ਜਿਵੇਂ ਮੰਨ ਲਓ ਇੱਕ ਬੈਟਸਮੈਨ ਦੇ ਕੋਲ ਬਾਲ ਆ ਰਹੀ ਹੈ, ਜਦੋਂ ਬੈਟਸਮੈਨ ਨੇ ਬਾਲ ਨੂੰ ਹਿੱਟ ਕੀਤਾ ਤਾਂ ਬਾਲ ਦੀ ਡਾਇਰੈਕਸ਼ਨ ਕੀ ਹੈ, ਚੇਂਜ ਹੋ ਗਈ। ਤਾਂ ਫੋਰਸ ਲਾਉਣ ਨਾਲ ਸਪੀਡ ਆਫ ਐਨ ਆਬਜੈਕਟ ਚੇਂਜ ਹੋ ਜਾਂਦੀ ਹੈ, ਫੋਰਸ ਚੇਂਜ ਨਾਲ ਡਾਇਰੈਕਸ਼ਨ ਚੇਂਜ ਹੋ ਜਾਂਦੀ ਹੈ। ਠੀਕ ਹੈ, ਆ ਫੋਰਸ ਮੇ ਬ੍ਰਿੰਗ ਮੂਵਿੰਗ ਆਬਜੈਕਟ ਇਨ ਰੈਸਟ। ਅਗਰ ਕੋਈ ਵੀ ਆਬਜੈਕਟ ਆਪਣੇ ਵੱਲ ਆ ਰਿਹਾ ਹੈ, ਉਸ ਆਬਜੈਕਟ ਨੂੰ ਆਪਾਂ ਕੈਚ ਕਰ ਲਾਂਗੇ ਤਾਂ ਆਬਜੈਕਟ ਕੀ ਹੈ, ਰੈਸਟ 'ਤੇ ਆ ਜਾਊਗਾ। ਤਾਂ ਫੋਰਸ ਲਗਾਉਣ ਨਾਲ ਆਪਾਂ ਕੋਈ ਵੀ ਮੂਵਿੰਗ ਆਬਜੈਕਟ ਨੂੰ ਰੈਸਟ 'ਤੇ ਲਿਆ ਸਕਦੇ ਹਾਂ। ਹੋਰ ਕੀ ਹੈ ਆ ਫੋਰਸ ਮੇ ਡਿਫਾਰਮ ਐਨ ਆਬਜੈਕਟ। ਮੰਨ ਲਓ ਮੇਰੇ ਕੋਲ ਇੱਕ ਬਾਸਕਟਬਾਲ ਹੈ, ਬਾਸਕਟਬਾਲ ਦੇ ਉੱਪਰ ਮੈਂ ਪ੍ਰੈਸ਼ਰ ਲਗਾ ਰਹੀ ਹਾਂ, ਜਾਂ ਮੇਰੇ ਕੋਲ ਇੱਕ ਸਿੰਪਲ ਬਲੂਨ ਹੈ, ਬਲੂਨ ਦੇ ਉੱਪਰ ਮੈਂ ਪ੍ਰੈਸ਼ਰ ਲਗਾ ਰਹੀ ਹਾਂ। ਪ੍ਰੈਸ਼ਰ ਲਾਉਣ ਨਾਲ ਉਹ ਕੀ ਹੈ, ਡਿਫਾਰਮ ਮਤਲਬ ਆਪਦੀ ਸ਼ੇਪ ਐਂਡ ਸਾਈਜ਼ ਨੂੰ ਕੀ ਹੈ, ਚੇਂਜ ਕਰ ਰਿਹਾ, ਸ਼ੇਪ ਐਂਡ ਸਾਈਜ਼ ਨੂੰ ਚੇਂਜ ਕਰ ਰਿਹਾ, ਤਾਂ ਮੈਂ ਉਹਨੂੰ ਡਿਫਾਰਮ ਕਰ ਰਹੀ ਹਾਂ। ਠੀਕ ਹੈ, ਵਾਟ ਇਜ਼ ਪ੍ਰੈਸ਼ਰ? ਪ੍ਰੈਸ਼ਰ ਕੀ ਹੁੰਦਾ ਹੈ? ਜਦੋਂ ਆਪਾਂ ਫੋਰਸ ਐਕਟਿੰਗ ਨੋਰਮਲੀ ਔਨ ਅ ਯੂਨਿਟ ਸਰਫੇਸ ਏਰੀਆ। ਜਦੋਂ ਮੰਨ ਲਓ ਕੋਈ ਵੀ ਆਪਾਂ ਬਾਲ ਮੰਨ ਲਓ ਮੂਵ ਕਰ ਰਹੀ ਹੈ ਇੱਕ ਸਰਫੇਸ 'ਤੇ, ਜਿੰਨੀ ਵੀ ਬਾਲ ਪ੍ਰੈਸ਼ਰ ਲਗਾ ਰਹੀ ਹੈ ਇਸ ਸਰਫੇਸ 'ਤੇ, ਜਿੰਨੀ ਵੀ ਬਾਲ ਮਤਲਬ ਯੂਨਿਟ ਕਿੰਨਾ ਸਰਫੇਸ ਏਰੀਆ ਲੈ ਰਹੀ ਹੈ ਇਸ ਸਰਫੇਸ ਤੋਂ, ਉਹਨੂੰ ਆਪਾਂ ਬੋਲਦੇ ਹਾਂ ਪ੍ਰੈਸ਼ਰ। ਵੀ ਜਿਹੜੀ ਇਹ ਬਾਲ ਹੈ, ਇਹ ਬਾਲ ਦੀ ਕੋਈ ਨਾ ਕੋਈ ਫੋਰਸ ਐਕਟ ਹੋ ਰਹੀ ਹੈ ਨਾ ਯੂਨਿਟ ਸਰਫੇਸ ਏਰੀਆ 'ਤੇ, ਉਹ ਫੋਰਸ ਪਰ ਯੂਨਿਟ ਸਰਫੇਸ ਏਰੀਆ ਕੀ ਹੁੰਦਾ ਆਪਣੇ ਕੋਲ, ਪ੍ਰੈਸ਼ਰ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਟਰਨਿੰਗ ਇਫੈਕਟ ਆਫ ਫੋਰਸ। ਮੇਨ ਟੌਪਿਕ ਇਹਦਾ ਹੈਗਾ ਜੋ ਆਪਣੇ ਇਸ ਚੈਪਟਰ ਨੰਬਰ 3rd ਦਾ, ਇਹ ਹੈਗਾ ਟਰਨਿੰਗ ਇਫੈਕਟ ਆਫ ਫੋਰਸ। ਟਰਨਿੰਗ ਇਫੈਕਟ ਆਫ ਫੋਰਸ ਕੀ ਹੁੰਦਾ ਕਿ ਦੇਖੋ ਜਦੋਂ ਤਾਂ ਆਪਾਂ ਫੋਰਸ ਲਗਾਉਂਦੇ ਹਾਂ, ਫੋਰਸ ਲਗਾਉਣ ਨਾਲ ਤਾਂ ਕਾਫੀ ਇਫੈਕਟਸ ਆਉਂਦੇ ਆ। ਜਿਵੇਂ ਆਪਾਂ ਮੋਸ਼ਨ, ਕੋਈ ਚੀਜ਼ ਰੈਸਟ 'ਤੇ ਹੈ ਉਹਨੂੰ ਮੋਸ਼ਨ 'ਚ ਲਿਆ ਸਕਦੇ ਹਾਂ, ਕੋਈ ਚੀਜ਼ ਚੱਲ ਰਹੀ ਹੈ ਉਹਨੂੰ ਸਟੋਪ ਕਰ ਸਕਦੇ ਹਾਂ, ਆਪਾਂ ਸਪੀਡ ਚੇਂਜ ਕਰ ਸਕਦੇ ਹਾਂ, ਆਪਾਂ ਡਾਇਰੈਕਸ਼ਨ ਚੇਂਜ ਕਰ ਸਕਦੇ ਹਾਂ। ਠੀਕ ਹੈ, ਬਟ ਟਰਨਿੰਗ ਇਫੈਕਟ ਆਫ ਫੋਰਸ ਕੀ ਹੁੰਦਾ ਹੈ ਕਿ ਜਦੋਂ ਆਪਾਂ ਕਿਸੇ ਵੀ ਆਬਜੈਕਟ 'ਤੇ ਫੋਰਸ ਲਗਾਈ ਅਤੇ ਉਹ ਫੋਰਸ ਲਗਾਉਣ ਨਾਲ ਆਬਜੈਕਟ ਟਰਨ ਕਰਨ ਲੱਗ ਗਿਆ। ਫੋਰ ਐਗਜ਼ਾਮਪਲ ਦੇਖੋ ਜਿਵੇਂ ਮੇਰੇ ਕੋਲ ਆਹ ਹੈ ਰੈਂਚ ਹੈ, ਇਹਦੇ ਵਿੱਚ ਮੈਂ ਸਕਰਿਊ ਵਿੱਚ ਆਹ ਰੈਂਚ ਪਾਇਆ, ਜਦੋਂ ਮੈਨੂੰ ਇੱਥੋਂ ਫੜ ਕੇ ਆ ਲਾਸਟ ਵਾਲੇ ਹੈਂਡਲ ਤੋਂ ਫੜ ਕੇ ਮੈਂ ਰੋਟੇਟ ਕਰਦੀ ਹਾਂ ਤਾਂ ਇਹ ਕੀ ਹੈ, ਗੋਲ ਆਹ ਵਾਲਾ ਨਟ ਹੈ ਜਿਹੜਾ ਗੋਲ ਮੂਵ ਕਰਨ ਲੱਗ ਜਾਂਦਾ ਨਾ, ਇਹਨੂੰ ਆਪਾਂ ਬੋਲਦੇ ਹਾਂ ਟਰਨਿੰਗ ਇਫੈਕਟ ਆਫ ਫੋਰਸ। ਅਗਰ ਸਿੰਪਲ ਐਗਜ਼ਾਮਪਲ ਦੇਖਣੀ ਹੈ ਤਾਂ ਜਦੋਂ ਆਪਾਂ ਡੋਰ ਨੂੰ ਓਪਨ ਕਰਦੇ ਹਾਂ, ਆਪਾਂ ਹੈਂਡਲ ਤੋਂ ਫੜ ਕੇ ਡੋਰ 'ਤੇ ਫੋਰਸ ਲਗਾਉਂਦੇ ਹਾਂ ਨਾ, ਹੈਂਡਲ 'ਤੇ ਫੜ ਕੇ ਜਦੋਂ ਡੋਰ ਨੂੰ ਫੋਰਸ ਲਗਾਉਂਦੇ ਹਾਂ ਤਾਂ ਜਿਹੜਾ ਡੋਰ ਆ ਉਹ ਟਰਨ ਕਰਨ ਲੱਗ ਜਾਂਦਾ, ਮੂਵ ਕਰਨਾ ਸ਼ੁਰੂ ਕਰ ਜਾਂਦਾ। ਅਬਾਊਟ ਅ ਪਿਵਟ ਕੀ ਹੁੰਦਾ, ਇੱਕ ਫਿਕਸਡ ਪੁਆਇੰਟ ਦੇ ਅਰਾਊਂਡ। ਜਿਵੇਂ ਮੰਨ ਲਓ ਆਪਣੇ ਕੋਲ ਡੋਰ ਹੈ, ਡੋਰ 'ਤੇ ਇੱਥੇ ਇੱਕ ਫਿਕਸਡ ਪੁਆਇੰਟ ਲੱਗੇ ਹੁੰਦੇ ਆ, ਜਦੋਂ ਫਿਕਸਡ ਪੁਆਇੰਟ ਦੇ ਅਰਾਊਂਡ ਮੂਵ ਕਰਨ ਲੱਗ ਜਾਂਦਾ ਉਹਨੂੰ ਆਪਾਂ ਬੋਲਦੇ ਹਾਂ ਟਰਨਿੰਗ ਇਫੈਕਟ ਆਫ ਫੋਰਸ।
एग्जाम्पल्स रिलेटेड टू टर्निंग इफैक्ट ऑफ फोर्स। हुण टर्निंग इफैक्ट ऑफ फोर्स थोड़ा होर तुहानूं क्लीयर होगा ये कुछ कोई एग्जाम्पल्स नाल। जिवें फर्स्ट एग्जाम्पल है कि जो आपां हैंडल ऑफ अ डोर ते फोर्स अप्लाई करते हैं तो डोर की है टर्न करन लग जांदा है अबाउट द हिंजिस। देखो ध्यान नाल, हुण हिंज की है, आ मेरे कोल डोर है, जो मैं डोर ते फोर्स लगाई हैंडल तो आ वाले अपने कोल हुंदे आ हिंज, आ वाले जिहड़े हुंदे अपने कोल लास्ट पॉइंट्स, इन्हूं आपां हिंज बोलते हैं। हिंज भी बोल सकते हैं या इन्हूं आपां पिवटेड पॉइंट भी बोल सकते हैं, पिवटेड पॉइंट्स, ठीक है। तो जो ही मैं डोर ते फोर्स लगाई, डोर ने टर्न करना शुरू करता कादे अराउंड अबाउट द, देखो इत्थों जिहड़ा डोर है इत्थों नहीं हिलदा पिया, ये चीज़ अपनी फिक्स है बट सिर्फ डोर हिलदा पिया, ठीक है। तो इनू आपां बोलते हैं टर्निंग इफैक्ट ऑफ फोर्स। मतलब जो ही आपां फोर्स लगाई तो फोर्स लगाउण नाल ऑब्जैक्ट की टर्न करना शुरू कर गया, या ऑब्जैक्ट की रोटेट करना शुरू कर गया, टर्न करना शुरू कर गया, उन्होंने कहांगे आपां टर्निंग इफैक्ट ऑफ फोर्स। सैकेंड एग्जाम्पल अपने कोल, when you apply the force using a foot on a pedal of bicycle, the pedal turns about pedal axis। ਜਦੋਂ मैं मतलब कि पैडल्स ते फोर्स लगानी पई है, पैडल्स ते फोर्स लगाउण नाल ਜਿਹੜੇ व्हील्स है रोटेट करते पे है ना, तो फोर्स लगाउण नाल ਜਦੋਂ कोई भी ऑब्जेक्ट अबाउट द फिक्सड पॉइंट, आ फिक्सड पॉइंट के अराउंड मूव करन लग जाए कोई चीज़, ਉਹਨੂੰ बोलते हैं ਆਪਾਂ टर्निंग इफैक्ट ऑफ फोर्स। नैक्सट है कि जो ਆਪਾਂ मान लो लॉक ਦੇ ਵਿੱਚ ਆ की पाती, की पाउण नाल फोर्स लगाई, ठीक है, फोर्स लगाउण नाल की है अंदर टर्निंग इफैक्ट ऑफ फोर्स होया, की ने मूव किया, की ने मूव करके लॉक नूं बंद करता, ठीक है। तो ये भी की एग्जाम्पल है टर्निंग इफैक्ट ऑफ फोर्स की। तो नैक्सट है अपने कोल फैक्टर्स इफैक्टिंग टर्निंग इफैक्ट ऑफ फोर्स। जिहड़े आप टर्निंग इफैक्ट ऑफ फोर्स पढ़ रहे हैं, इनके काफ़ी सारे फैक्टर है जिन्होंने ये इफैक्ट करता है। फर्स्ट फैक्टर अपने कोल फोर्स। फोर्स मतलब कि जिन्नी मैं फोर्स ज़्यादा लगाऊंगी उन्ना टर्निंग इफैक्ट ऑफ फोर्स ज़्यादा होगा। मान लो मैं हैंडल फड़िया गेट का, मैं बहुत जोर जोर नाल फोर्स लगा लगा के उन्होंने मतलब रोटेट करवा रही है, तो ऑब्वियसली टर्निंग इफैक्ट मतलब वो मूवमेंट भी ज़्यादा होगी, वो ज़्यादा टर्न करूँगा, तो ज़्यादा फोर्स, देखो ग्रेटर द मैग्नीट्यूड ऑफ फोर्स अप्लाइड ग्रेटर विल बी द टर्निंग इफैक्ट ऑफ एन ऑब्जेक्ट, ठीक है। सैकेंड है परपेंडिकुलर डिस्टेंस। परपेंडिकुलर डिस्टेंस का मतलब कि मान लो मेरे को आ वाला गेट है, ठीक है, एक गेट का हैंडल है, अगर मैं की करा गेट के हैंडल तो फड़ के गेट नू टर्न करूँगी, मतलब गेट नू चलाऊँगी, मतलब खुल जे तो आराम नाल खुल जूगा। बट जे मैं इत्थों फिक्सड पॉइंट जोड़े अपने इतने फिक्सड पॉइंट से पिवटेड पॉइंट, जे मैं इत्थों फोर्स लगा के इनू कर रही है कि ये हुण टर्न हो जाए, तो मेरी बहुत ज़्यादा फोर्स लगूगी तो बहुत औखा मतलब जो गेट खुलूगा। क्यों? क्योंकि जिन्ना परपेंडिकुलर डिस्टेंस ज़्यादा होगा बिटवीन द हैंडल एंड पिवटेड पॉइंट, उन्नी टर्निंग इफैक्ट ज़्यादा होगी। जे मैं हैंडल तो फड़ के गेट नू ओपन कर रही हैं तो वो गेट जल्दी ओपन हो जाएगा विद माई लैस फोर्स। बट जे मैं बहुत पिवटेड पॉइंट के कोले जाके फोर्स लगा रही हैं गेट नू, ठीक है, उत्थे जाके मेरा गेट बहुत मतलब औखा ओपन होगा। मतलब ग्रेटर द परपेंडिकुलर डिस्टेंस मोर विल बी द टर्निंग इफैक्ट, लैस विल बी द परपेंडिकुलर डिस्टेंस बिटवीन हैंडल एंड द पिवटेड पॉइंट, तो जो टर्निंग इफैक्ट ऑफ फोर्स है वो घट होगा इत्थे, ठीक है। तो ये विद एग्जाम्पल्स आप देख लिया। हुण अगर आप दोनों इन्हां इफैक्ट्स नू कंबाइन कर दिए तो जो टर्निंग इफैक्ट ऑफ फोर्स है, ये भी गल देखो, टर्निंग इफैक्ट ऑफ फोर्स नू आपां टर्निंग इफैक्ट ऑफ फोर्स दे 3 नेम्स है। एक का नेम हो गया टर्निंग इफैक्ट ऑफ फोर्स, सैकेंड नेम इहदा हो गया मूवमेंट ऑफ फोर्स, मूवमेंट ऑफ फोर्स, थर्ड नेम हो गया इहदा टॉर्क, TORQUE, टॉर्क, इनू इदां रिप्रजेंट करते हैं टाउ नाल, टॉर्क, ठीक है। तो हुण जिहड़ा टर्निंग इफैक्ट ऑफ फोर्स है, जिन्होंने मैं मूवमेंट ऑफ फोर्स भी कह सकती हैं, टॉर्क भी कह सकती हैं, ये 2 फैक्टर्स पर डिपेंड करता है। पहला तो हैगा फोर्स, दूजा हैगा परपेंडिकुलर डिस्टेंस, तो ये इन्हां रिलेशन की है, दोनों आपस च आपां मल्टीप्लाई कर दो तो टॉर्क की वैल्यू आ जाती है कि टॉर्क फोर्स से भी डिपेंड कर रहा है, टॉर्क परपेंडिकुलर डिस्टेंस से भी डिपेंड कर रहा है, ठीक है। हुण अपने को आ गया क्लॉकवाइज मूवमेंट। क्लॉकवाइज मूवमेंट की हुंदा कि जे तो मैं फोर्स लगाई, किसी भी ऑब्जेक्ट पर फोर्स लगाई तो ऑब्जेक्ट क्लॉकवाइज मूव करना शुरू कर गया, तो वह होंदा क्लॉकवाइज मूवमेंट। क्लॉकवाइज मैडम पता मान लो क्लॉक है इतने 1 2 3 4 इदा मतलब रोटेट करन लग गया क्लॉकवाइज सीधी तरह, तो क्लॉकवाइज मूवमेंट होंदी है। जे मैं किसी चीज़ से ऑब्जेक्ट लगाई, फोर्स लगाई, किसी भी चीज़ से फोर्स लगाई तो ऑब्जेक्ट पुट्ठा मूव करन लग गया, इदों इदा करन लग गया एंटी क्लॉकवाइज, तो उन्होंने कहांगे आपां एंटी क्लॉकवाइज मूवमेंट, ठीक है। नैक्सट आ गया अपने को यूनिट्स ऑफ मूवमेंट ऑफ फोर्स। हुण आपां यूनिट्स कढनियां टॉर्क दियां, यूनिट्स कढनियां मूवमेंट ऑफ फोर्स या यूनिट्स कढनियां
ਟਰਨਿੰਗ ਇਫੈਕਟ ਆਫ ਫੋਰਸ ਸਾਰਿਆਂ ਦਾ ਨਾਮ ਕੀ ਹੈ, ਸੇਮ ਹੁੰਦੇ ਆ। ਦੇਖੋ ਮੂਵਮੈਂਟ ਆਫ ਫੋਰਸ ਜਾਂ ਟਾਰਕ ਦਾ ਫਾਰਮੂਲਾ ਕੀ ਹੁੰਦਾ, ਫੋਰਸ ਇਨਟੂ ਪਰਪੈਂਡੀਕੂਲਰ ਡਿਸਟੈਂਸ। ਠੀਕ ਹੈ, ਹੁਣ ਆਪਣੇ ਕੋਲ ਫੋਰਸ ਦੀ ਯੂਨਿਟ ਕੀ ਹੁੰਦੀ ਹੈ, ਅਗਰ ਤੁਹਾਨੂੰ ਯਾਦ ਹੋਵੇ SI ਯੂਨਿਟ ਜਿਹੜੀ ਹੁੰਦੀ ਹੈ ਫੋਰਸ ਦੀ ਉਹ ਹੁੰਦੀ ਹੈ ਨਿਊਟਨ, ਮਲਟੀਪਲਾਈ SI ਯੂਨਿਟ ਜਿਹੜਾ ਡਿਸਟੈਂਸ ਦੀ ਹੁੰਦੀ ਹੈ ਉਹ ਹੁੰਦੀ ਹੈ ਮੀਟਰ। ਤਾਂ ਟਾਰਕ ਦੀ ਕੀ ਹੋ ਗਈ ਆਪਣੇ ਕੋਲ SI ਯੂਨਿਟ ਕਿੰਨੀ ਹੋਗੀ, ਨਿਊਟਨ ਮੀਟਰ। ਠੀਕ ਹੈ, ਅਤੇ ਜੇ ਮੈਂ CGS ਯੂਨਿਟ ਵੇਖਣੀ ਹੋਵੇ, ਇਹ ਤਾਂ SI ਯੂਨਿਟ ਹੋ ਗਈ, ਜੇ ਮੈਂ CGS ਯੂਨਿਟ ਵੇਖਣੀ ਹੋਵੇ ਤਾਂ ਫੋਰਸ ਦੀ CGS ਕੀ ਹੁੰਦੀ ਹੈ, ਡਾਈਨ। ਤੁਹਾਨੂੰ ਲਰਨ ਕਰਨਾ ਪੈਣਾ ਹੈ, ਫੋਰਸ ਦੀ CGS ਹੁੰਦੀ ਹੈ ਡਾਈਨ ਅਤੇ ਡਿਸਟੈਂਸ ਦੀ ਹੁੰਦੀ ਹੈ ਸੈਂਟੀਮੀਟਰ। ਤਾਂ ਕਿੰਨਾ ਆ ਜਾਊਗਾ, ਡਾਈਨ ਸੈਂਟੀਮੀਟਰ। ਇਹ ਆ ਜਾਊਗਾ ਆਪਣੇ ਕੋਲ CGS ਯੂਨਿਟ। ਕਲੀਅਰ। ਤਾਂ ਫਸਟ ਆ ਗਿਆ ਆਪਣੇ ਕੋਲ ਮੂਵਮੈਂਟ ਆਫ ਫੋਰਸ, ਆਪਾਂ ਨੂੰ ਪਤਾ ਹੈ ਫੋਰਸ ਇਨਟੂ ਪਰਪੈਂਡੀਕੂਲਰ ਡਿਸਟੈਂਸ, ਇੰਚ ਯੂਨਿਟਸ ਪੁੱਟ ਕਰ ਦਿਓ। SI ਯੂਨਿਟ ਆਫ ਫੋਰਸ, SI ਯੂਨਿਟ ਆਫ ਡਿਸਟੈਂਸ। SI ਯੂਨਿਟ ਆਫ ਫੋਰਸ ਕੀ ਹੁੰਦੀ ਹੈ, ਨਿਊਟਨ, ਡਿਸਟੈਂਸ ਕੀ ਹੁੰਦੀ ਹੈ, ਮੀਟਰ, ਤਾਂ SI ਯੂਨਿਟ ਕੀ ਬਣ ਗਈ, ਨਿਊਟਨ ਮੀਟਰ। ਠੀਕ ਹੈ, ਹੁਣ ਆਪਾਂ ਕਰਨ ਲੱਗੇ ਹਾਂ ਰਿਲੇਸ਼ਨ ਬਿਟਵੀਨ SI ਐਂਡ CGS ਯੂਨਿਟ। SI ਯੂਨਿਟ ਕੀ ਸੀ, ਨਿਊਟਨ ਮੀਟਰ, CGS ਯੂਨਿਟ ਕੀ ਸੀ, ਡਾਈਨ ਸੈਂਟੀਮੀਟਰ। ਹੁਣ ਆਪਾਂ ਇਹ 'ਚ ਰਿਲੇਸ਼ਨ ਦੇਖਣਾ ਕੀ ਹੁੰਦਾ, ਇਹ ਵਾਲਾ ਹੁੰਦਾ ਰਿਲੇਸ਼ਨ ਆਪਣੇ ਕੋਲ, 1 ਨਿਊਟਨ ਮੀਟਰ ਇਜ਼ ਇਕੁਅਲਸ ਟੂ 10⁻7 ਡਾਈਨ ਸੈਂਟੀਮੀਟਰ। ਇਹ ਰਿਲੇਸ਼ਨ ਹੈ ਬਿਟਵੀਨ SI ਯੂਨਿਟ ਐਂਡ ਬਿਟਵੀਨ CGS ਯੂਨਿਟ ਆਫ ਦ ਮੂਵਮੈਂਟ ਆਫ ਫੋਰਸ। ਇਹ ਕੁਛ ਕਰਨ ਦੀ ਲੋੜ ਨਹੀਂ ਹੈਗੀ, ਇਹ ਰਹਿਣ ਦਿਓ, ਸਿਰਫ ਤੁਸੀਂ ਆਹ ਵਾਲਾ ਲਰਨ ਰੱਖਣਾ ਹੈ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਨੂਮੈਰੀਕਲਸ ਰਿਲੇਟਡ ਟੂ ਮੂਵਮੈਂਟ ਆਫ ਫੋਰਸ। ਕਾਫੀ ਈਜ਼ੀ ਨੂਮੈਰੀਕਲਸ ਹੁੰਦੇ ਹੈ, ਬਸ ਨੂਮੈਰੀਕਲ ਤੁਸੀਂ ਫਾਰਮੂਲਾ ਇਹ ਵਾਲਾ ਲਰਨ ਰੱਖਣਾ ਹੈ, ਬਾਕੀ ਸਾਰਾ ਕੰਮ ਤਾਂ ਈਜ਼ੀਲੀ ਹੋ ਜਾਊਗਾ। ਠੀਕ ਹੈ, ਆ ਫੋਰਸ ਆਫ 2.5 ਨਿਊਟਨ, ਫੋਰਸ ਦੀ ਵੈਲਿਊ ਆਪਾਂ ਨੂੰ ਗਿਵਨ ਹੈ 2.5 ਨਿਊਟਨ, ਐਕਟਸ ਔਨ ਐਨ ਆਬਜੈਕਟ ਐਟ ਅ ਨਾਰਮਲ ਡਿਸਟੈਂਸ ਦਿਸ ਸੈਂਟੀਮੀਟਰ। ਆਪਾਂ ਨੂੰ ਡਿਸਟੈਂਸ ਗਿਵਨ ਹੈ ਕਿੰਨਾ, 40 ਸੈਂਟੀਮੀਟਰ। ਕੈਲਕੂਲੇਟ ਦ ਮੂਵਮੈਂਟ ਆਫ ਫੋਰਸ, ਆਪਾਂ ਟਾਰਕ ਕੀ ਹੈ ਫਾਈਂਡ ਆਊਟ ਕਰਨੀ ਹੈ। ਦੇਖੋ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ SI ਯੂਨਿਟ ਹੁੰਦੀ ਹੈ ਉਹ ਨਿਊਟਨ ਮੀਟਰ ਹੈ, CGS ਯੂਨਿਟ ਡਾਈਨ ਸੈਂਟੀਮੀਟਰ ਹੈ। ਜਾਂ ਤਾਂ ਦੋਨੋਂ ਫੋਰਸ ਦੇ ਡਿਸਟੈਂਸ ਨੂੰ ਨਿਊਟਨ ਮੀਟਰ 'ਚ ਕਨਵਰਟ ਕਰ ਲਓ ਜਾਂ ਡਾਈਨ ਸੈਂਟੀਮੀਟਰ 'ਚ ਕਰ ਲਓ। ਹੁਣ ਇੱਕ ਨਿਊਟਨ 'ਚ ਇੱਕ ਸੈਂਟੀਮੀਟਰ 'ਚ, ਪਹਿਲਾਂ ਉਹਨੂੰ ਕਨਵਰਟ ਕਰ ਲਈਏ। ਤਾਂ ਸੈਂਟੀਮੀਟਰ ਨੂੰ ਮੀਟਰ 'ਚ ਕਨਵਰਟ ਕਰਨਾ ਸੌਖਾ ਹੈ, ਓਵਰ 100 ਲਾ ਕੇ ਕਿੰਨਾ ਆ ਜਾਊਗਾ, 0.4 ਮੀਟਰ। ਠੀਕ ਹੈ, ਤਾਂ ਇਹਦੇ ਵਿੱਚ ਪੁੱਟ ਕਰ ਦਿਓ ਫਾਰਮੂਲੇ ਵਿੱਚ, ਫਾਰਮੂਲਾ ਕੀ ਹੈ, ਟਾਰਕ ਇਜ਼ ਇਕੁਅਲਸ ਟੂ ਫੋਰਸ ਕਿੰਨੀ ਹੈ 2.5, ਡਿਸਟੈਂਸ ਕਿੰਨਾ ਹੈ 0.4। ਤਾਂ 25/10 ਮਲਟੀਪਲਾਈ 4/10, 25 ਇੰਟੂ 4 ਕਿੰਨਾ ਆ ਜਾਊਗਾ 100 ਓਵਰ 100। ਠੀਕ ਹੈ, ਅਤੇ ਕੱਟ ਕਰਕੇ ਕਿੰਨਾ ਆ ਜਾਊਗਾ 1 ਨਿਊਟਨ ਮੀਟਰ। ਤਾਂ ਮੂਵਮੈਂਟ ਆਫ ਫੋਰਸ ਕਿੰਨੀ ਆ ਗਈ ਆਪਣੇ ਕੋਲ, 1 ਨਿਊਟਨ ਮੀਟਰ। ਨੈਕਸਟ ਆਪਣੇ ਕੋਲ ਦ ਮੂਵਮੈਂਟ ਆਫ ਫੋਰਸ ਇਜ਼ 12 ਨਿਊਟਨ। ਆਪਾਂ ਨੂੰ ਮੂਵਮੈਂਟ ਆਫ ਫੋਰਸ ਆਫ 12 ਨਿਊਟਨ ਅਬਾਊਟ ਅ ਪਿਵਟਡ ਪੁਆਇੰਟ ਇਜ਼ 4 ਨਿਊਟਨ ਮੀਟਰ। ਆਪਾਂ ਨੂੰ ਆ ਨਿਊਟਨ ਮੀਟਰ ਗਿਵਨ ਹੈ ਨਾ, ਜਿੱਥੇ ਨਿਊਟਨ ਮੀਟਰ ਗਿਵਨ ਮਤਲਬ ਉਹ ਟਾਰਕ ਗਿਵਨ ਹੈ, ਆ 12 ਨਿਊਟਨ ਮਤਲਬ ਆਪਾਂ ਨੂੰ ਫੋਰਸ ਗਿਵਨ ਹੈ। ਆਪਾਂ ਲੱਭਣਾ ਕੀ ਹੈ, ਵਟ ਇਜ਼ ਅ ਨੋਰਮਲ ਡਿਸਟੈਂਸ, ਆਪਾਂ D ਦੀ ਵੈਲਿਊ ਕੱਢਣੀ ਹੈ। ਠੀਕ ਹੈ, ਸਿੰਪਲ ਹੀ ਹੈ ਫਾਰਮੂਲਾ, ਬਸ ਪੁੱਟ ਕਰੋ, ਟਾਰਕ ਇਜ਼ ਇਕੁਅਲਸ ਟੂ ਫੋਰਸ ਇੰਟੂ ਡਿਸਟੈਂਸ। ਟਾਰਕ ਦੀ ਵੈਲਿਊ ਕਿੰਨੀ ਗਿਵਨ ਆਪਾਂ ਨੂੰ 4.2, ਫੋਰਸ ਦੀ ਵੈਲਿਊ ਕਿੰਨੀ ਹੈ 12, ਡਿਸਟੈਂਸ ਆਪਾਂ ਲੱਭਣਾ ਉਹਨੂੰ ਉਵੇਂ ਰੱਖੋ। 4.2 ਨੂੰ ਪਹਿਲਾਂ ਫਰੈਕਸ਼ਨ 'ਚ ਕਨਵਰਟ ਕਰ ਲਓ, 12 ਉੱਦਾਂ ਹੀ, ਡਿਸਟੈਂਸ ਉੱਦਾਂ ਹੀ। ਠੀਕ ਹੈ, ਹੁਣ ਕੀ ਕਰੋ, 12 ਇੱਧਰ ਮਲਟੀਪਲਾਈ 'ਚ ਉੱਧਰ ਜਾ ਕੇ ਡਿਵਾਈਡ ਕਰ ਦਿਓ, 42/10 ਉੱਦਾਂ ਹੀ, 12 ਮਲਟੀਪਲਾਈ 'ਚ ਉੱਧਰ ਜਾ ਕੇ ਡਿਵਾਈਡ ਹੋ ਗਿਆ, ਇਜ਼ ਇਕੁਅਲਸ ਟੂ ਡਿਸਟੈਂਸ 42/10 ਮਲਟੀਪਲਾਈ, ਇਹਨੂੰ ਰੈਸੀਪ੍ਰੋਕਲ ਕਰ ਦਿਓ ਅਤੇ ਇਹਨੂੰ ਕੱਟ ਕਰ ਦਿਓ, 12, 24, 36, 48, ਇਹ 2 ਦੇ ਟੇਬਲ 'ਤੇ ਕੱਟ ਹੋਊਗਾ, 12 'ਤੇ ਜਾ ਨਹੀਂ ਰਿਹਾ। 21/6 ਹੋਰ ਜਾਊਗਾ ਕਿਤੇ, 3 to the 6, 7 3 are 21, ਤਾਂ ਕਿੰਨਾ ਆ ਜਾਊਗਾ 7/20 ਮੀਟਰ ਆ ਜਾਊਗਾ ਆਪਣੇ ਕੋਲ ਡਿਸਟੈਂਸ। ਤਾਂ ਇੱਦਾਂ ਕਰਕੇ ਕੀ ਹੈ, ਸਿੰਪਲ ਨੂਮੈਰੀਕਲਸ ਨੂੰ ਸੋਲਵ ਕਰਨਾ ਤੁਸੀਂ, ਬਸ ਸਿਰਫ ਕੀ ਹੈ ਫਾਰਮੂਲਾ ਲਰਨ ਰੱਖਣਾ ਹੈ, ਟਾਰਕ ਇਜ਼ ਇਕੁਅਲਸ ਟੂ ਫੋਰਸ ਮਲਟੀਪਲਾਈ ਪਰਪੈਂਡੀਕੂਲਰ ਡਿਸਟੈਂਸ। ਹੁਣ ਆਪਾਂ ਕੁਛ ਕਰਨ ਲੱਗੇ ਹਾਂ, ਸਮ ਕਾਮਨ ਐਗਜ਼ਾਮਪਲਸ ਵੀ ਜਿਹੜੇ ਆਪਾਂ ਆਮ ਘਰਾਂ ਵਿੱਚ ਵੇਖਦੇ ਹਾਂ ਕਿ ਮੂਵਮੈਂਟ ਆਫ ਫੋਰਸ ਕਿੱਥੇ ਕਿੱਥੇ ਵਰਤੀ ਜਾਂਦੀ ਹੈ। ਜਿਵੇਂ ਤਾਂ ਵੈਰੀ ਫਸਟ ਐਗਜ਼ਾਮਪਲ ਮੈਂ ਤੁਹਾਨੂੰ ਦੇ ਚੁੱਕੀ ਹਾਂ ਕਿ ਫਸਟ ਐਗਜ਼ਾਮਪਲ ਹੈ, ਹੈਂਡਲ ਇਜ਼ ਫਿਕਸਡ ਔਨ ਅ ਡੋਰ ਐਟ ਅ ਮੈਕਸੀਮਮ ਪੋਸੀਬਲ ਡਿਸਟੈਂਸ। ਕਾਫੀ ਵਾਰੀ ਇਹ ਕੁਐਸਚਨ ਆਉਂਦਾ ਪੇਪਰ ਵਿੱਚ, ਹਮੇਸ਼ਾ ਆ ਹੀ ਜਾਂਦਾ ਹੈ, ਸਪੈਸ਼ਲੀ ਸੈਕਰਡ ਹਾਰਟ ਵਿੱਚ, ਕਿ ਜਿਹੜਾ ਹੈਂਡਲ ਹੈ ਉਹਨੂੰ ਮੈਕਸੀਮਮ ਪੋਸੀਬਲ ਡਿਸਟੈਂਸ 'ਤੇ ਕਿਉਂ ਲਗਾਇਆ ਜਾਂਦਾ ਹੈ। ਠੀਕ ਹੈ, ਹੈਂਡਲ ਨੂੰ ਹਮੇਸ਼ਾ ਪਿਵਟਡ ਪੁਆਇੰਟ ਤੋਂ ਮੈਕਸੀਮਮ ਪੋਸੀਬਲ ਡਿਸਟੈਂਸ 'ਤੇ ਲਗਾਇਆ ਜਾਂਦਾ ਹੈ। ਕਿਉਂ? ਕਿਉਂਕਿ ਪਰਪੈਂਡੀਕੂਲਰ ਡਿਸਟੈਂਸ ਬਿਟਵੀਨ ਦਾ ਪਿਵਟਡ ਪੁਆਇੰਟ ਐਂਡ ਦਾ ਹੈਂਡਲ ਇਨਕਰੀਜ਼ ਹੋ ਜਾਂਦਾ ਹੈ। ਉਹਦੇ ਕਰਕੇ ਕੀ ਹੈ, ਡਿਸਟੈਂਸ ਇਨਕਰੀਜ਼ ਕਰਕੇ ਕੀ ਹੈ, ਟਰਨਿੰਗ ਇਫੈਕਟ ਆਫ ਫੋਰਸ ਵੱਧ ਜਾਂਦਾ ਹੈ ਅਤੇ ਫੋਰਸ ਜਿਹੜੀ ਹੁੰਦੀ ਉਹ ਆਪਣੀ ਘੱਟ ਅਪਲਾਈ ਹੁੰਦੀ ਹੈ। ਠੀਕ ਹੈ,
ਸੈਕਿੰਡ ਕੁਐਸਚਨ ਹੈ ਕਿ ਆਪਾਂ ਜਿਹੜਾ ਸਪੈਨਰ ਹੈ, ਇੱਦਾਂ ਦਾ ਜਿਹੜਾ ਸਪੈਨਰ ਹੁੰਦਾ ਹੈ, ਇਹਨੂੰ ਆਪਾਂ ਲੌਂਗ ਆਰਮ ਵਾਲਾ ਕਾਹ ਤੋਂ ਯੂਜ਼ ਕਰਦੇ ਹਾਂ? ਕਿਉਂਕਿ ਇੱਥੇ ਆਪਾਂ ਫੋਰਸ ਅਪਲਾਈ ਕਰਨੀ ਹੈ, ਇੱਥੇ ਆ ਕੇ ਆਪਣਾ ਪਿਵਟਡ ਪੁਆਇੰਟ ਹੈ। ਦੇਖੋ ਕਿੰਨਾ ਡਿਸਟੈਂਸ ਹੈ ਇਹਦੇ ਵਿੱਚ, ਹੈ ਨਾ। ਡਿਸਟੈਂਸ ਜਦੋਂ ਪਰਪੈਂਡੀਕੂਲਰ ਡਿਸਟੈਂਸ ਮੋਰ ਹੋਊਗਾ ਤਾਂ ਟਰਨਿੰਗ ਇਫੈਕਟ ਓਨਾ ਜ਼ਿਆਦਾ ਹੋਊਗਾ, ਓਨੀ ਮੇਰੀ ਫੋਰਸ ਘੱਟ ਲੱਗੂਗੀ, ਠੀਕ ਹੈ। ਆਪ ਜਿਹੜੇ ਮਕੈਨਿਕ ਹੈ ਉਹ ਸਕਰੂ ਡਰਾਈਵਰ ਲੌਂਗ ਅਤੇ ਥਿਕ ਆਰਮ ਦਾ ਕਿਉਂ ਯੂਜ਼ ਕਰਦੇ? ਲੌਂਗ ਕਾਹ ਤੋਂ ਯੂਜ਼ ਕਰਦੇ? ਕਿਉਂਕਿ ਇੱਥੇ ਉਹਨਾਂ ਨੇ ਫੋਰਸ ਲਾਉਣੀ ਹੈ, ਇੱਥੇ ਉਹਦਾ ਪਿਵਟਡ ਪੁਆਇੰਟ ਹੈ, ਆਹ ਵਾਲਾ ਪੁਆਇੰਟ ਪਿਵਟਡ ਪੁਆਇੰਟ ਹੈ। ਪਿਵਟਡ ਪੁਆਇੰਟ 'ਤੇ ਫੋਰਸ ਅਪਲਾਈਡ ਵਿੱਚ ਕੀ ਹੈ, ਡਿਸਟੈਂਸ ਜ਼ਿਆਦਾ ਹੋਊਗਾ, ਡਿਸਟੈਂਸ ਜ਼ਿਆਦਾ ਹੋਣ ਕਰਕੇ ਟਰਨਿੰਗ ਇਫੈਕਟ ਆਫ ਫੋਰਸ ਜ਼ਿਆਦਾ ਹੋਊਗੀ ਅਤੇ ਮੇਰੀ ਫੋਰਸ ਕੀ ਹੈ, ਘੱਟ ਲੱਗੂਗੀ, ਠੀਕ ਹੈ। ਨੈਕਸਟ ਹੈ ਹੈਂਡ ਓਪਰੇਟਡ ਫਲੋਰ ਗ੍ਰਾਈਂਡਰ। ਜਿਹੜਾ ਇਹਦੇ ਵਿੱਚ ਡਿਸਟੈਂਸ ਹੁੰਦਾ ਹੈ, ਆਹ ਵਾਲਾ ਜਿਹੜਾ ਡਿਸਟੈਂਸ ਹੈ ਇਹ ਵੀ ਕੀ ਜ਼ਿਆਦਾ ਹੁੰਦਾ ਹੈ, ਕਾਹ ਤੋਂ? The hand operated floor grinder used in a village home is provided handle near its rim। ਜਿਹੜਾ ਹੈਂਡਲ ਹੈ ਉਹ ਬਿਲਕੁਲ ਨੀਅਰ ਦ ਰਿਮ ਹੁੰਦਾ ਹੈ, ਇਹ ਤਾਂ ਬਿਲਕੁਲ ਕੋਲੇ ਹੁੰਦਾ। ਕਿਉਂ? ਕਿਉਂਕਿ ਜੇ ਤਾਂ ਹੈਂਡਲ ਜਮਾਂ ਇੱਥੇ ਕੋਲੇ ਹੋਊਗਾ ਫਿਰ ਤਾਂ ਮੇਰੀ ਬਹੁਤ ਫੋਰਸ ਲੱਗੂਗੀ, ਠੀਕ ਹੈ। ਹੈਂਡਲ ਅਤੇ ਇਹਦੇ ਪਿਵਟਡ ਪੁਆਇੰਟ ਵਿੱਚ ਥੋੜ੍ਹਾ ਡਿਫਰੈਂਸ ਆ ਗਿਆ ਨਾ, ਮਤਲਬ ਬਹੁਤ ਸਪੇਸ ਆ ਗਿਆ, ਡਿਸਟੈਂਸ ਜ਼ਿਆਦਾ ਹੋ ਗਿਆ। ਡਿਸਟੈਂਸ ਜ਼ਿਆਦਾ ਹੋਣ ਕਰਕੇ ਮੇਰੀ ਕੀ ਹੈ, ਘੱਟ ਫੋਰਸ ਲੱਗੂਗੀ ਅਤੇ ਜਿਹੜਾ ਟਰਨਿੰਗ ਇਫੈਕਟ ਆਫ ਫੋਰਸ ਆ ਉਹ ਜ਼ਿਆਦਾ ਹੋਊਗਾ। ਰਿਮ ਹੁੰਦਾ ਆਹ ਵਾਲੀ ਚੀਜ਼, ਬਿਲਕੁਲ ਆਹ ਵਾਲੀ ਚੀਜ਼। ਜਿਹੜਾ ਹੈਂਡਲ ਹੈ ਬਿਲਕੁਲ ਐਂਡ 'ਤੇ ਕਹਿੰਦੇ ਕਿਉਂ ਲਗਾਇਆ ਜਾਂਦਾ ਹੈ, ਬਿਲਕੁਲ ਨੇੜੇ ਕਿਉਂ ਲਗਾਇਆ ਜਾਂਦਾ ਹੈ? ਤਾਂ ਜੋ ਕਿ ਡਿਸਟੈਂਸ ਕੀ ਹੈ, ਵੱਧ ਜੇ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਪੋਟਰਸ ਵੀਲ। ਪੋਟਰਸ ਵੀਲ ਵਿੱਚ ਵੀ ਜਿਹੜਾ ਉਹ ਪੋਟਰ ਹੈ ਇੱਥੇ ਉਹ ਫੋਰਸ ਲਾਉਂਦਾ, ਇੱਥੇ ਉਹਦਾ ਪਿਵਟਡ ਪੁਆਇੰਟ ਹੁੰਦਾ। ਸੇਮ ਰੀਜ਼ਨ ਕਿ ਪਰਪੈਂਡੀਕੂਲਰ ਡਿਸਟੈਂਸ ਵੱਧ ਜਾਂਦਾ ਹੈ, ਪਰਪੈਂਡੀਕੂਲਰ ਡਿਸਟੈਂਸ ਵਧਣ ਨਾਲ ਜਿਹੜਾ ਟਰਨਿੰਗ ਇਫੈਕਟ ਆਫ ਫੋਰਸ ਆ ਜ਼ਿਆਦਾ ਹੁੰਦਾ ਹੈ, ਟਰਨਿੰਗ ਇਫੈਕਟ ਆਫ ਫੋਰਸ ਜ਼ਿਆਦਾ ਹੋਣ ਕਰਕੇ ਉਹਦੀ ਘੱਟ ਫੋਰਸ ਲੱਗਦੀ ਹੈ। ਸੀਸੋ ਦੇ ਵਿੱਚ ਵੀ ਆਹ ਵਾਲਾ ਡਿਸਟੈਂਸ ਕੀ ਹੈ, ਜ਼ਿਆਦਾ ਹੁੰਦਾ। ਡਿਸਟੈਂਸ ਜ਼ਿਆਦਾ ਹੋਣ ਕਰਕੇ ਪਰਪੈਂਡੀਕੂਲਰ ਡਿਸਟੈਂਸ ਟਰਨਿੰਗ ਇਫੈਕਟ ਜ਼ਿਆਦਾ ਹੋ ਜਾਂਦਾ ਹੈ ਅਤੇ ਜਿਹੜੀ ਫੋਰਸ ਅਪਲਾਈਡ ਆ ਉਹ ਘੱਟ ਹੋ ਜਾਂਦੀ ਹੈ, ਠੀਕ ਹੈ। ਤਾਂ ਇੱਥੋਂ ਤੱਕ ਸੀਗਾ ਆਪਣਾ ਮੂਵਮੈਂਟ ਆਫ ਫੋਰਸ। ਇਸ ਤੋਂ ਅੱਗੇ ਆਪਾਂ ਸ਼ੁਰੂ ਕਰਾਂਗੇ ਪ੍ਰੈਸ਼ਰ।